फिर कहने दूसरा प्रमाण जिहड़ा अनुमान प्रमाण, अनुमान लगाया जा सकता है उस अकाल पुरख वाहिगुरू का। कहने अनुमान प्रमाण दे विच अनुमान ला सकते हैं कि परमेश्वर इस तरह का होवेगा, परमेश्वर इस तरह का होवेगा। कहने अनुमान की लाओगे? अनुमान प्रमाण वो हुंदा जदों एक चीज़ के बराबर आपां दूजी चीज़ नूं खड़ा कर दईए कि फलानी चीज़ फलाने वर्गी है, फलानी चीज़ फलाने वर्गी है, उदों तो आपां प्रमाण दे सकते हैं। पर जिहड़ा सर्व व्यापक परिपूर्ण वाहिगुरू अकाल पुरख है जां साडी आत्मा है, इहदे वर्गा दूसरा होर कोई है ही नहीं। इस करके आपां उहनूं प्रमाण की दे सकते हैं? वो प्रमाण भी इन्हां ने निखेध कर दिता। तीजा प्रमाण जिहड़ा आउंदा निखेध प्रमाण, उहदे विच हुंदा उपमान प्रमाण। उपमान प्रमाण विच भी निखेध कर दिता। किवें कि आपां उहदी उपमा नहीं कह सकते। लागन का है कछु है, लवै का अर्थ है बराबर। अगम गोचर साहिब वो दूसर लवै न लावै। लवै का अर्थ है बराबर खड़ा करके। जिवें कोई भी बंदा गुरु ग्रंथ साहिब के बराबर लिया के होर कोई ग्रंथ भावें लखां ग्रंथ प्रकाश कर दो, भावें कोई जिवें जेठू वालिया हुंदा सी, एक बड़ी पुरानी गल है, उन्हें अपने नाल कुछ पढ़े लिखे बंदे रखे। वो कहता सी मैं पता नहीं किन्ने मन का ग्रंथ बनाउणा। एक ऐ तो भावें कोई 50 मन का ग्रंथ बना के गुरु ग्रंथ साहिब के बराबर रख दें कि आपां उहनूं मान लांगे, क्योंकि गुरु ग्रंथ साहिब जो ने गुरु ग्रंथ साहिब ही हैं, इन्हां दे बराबर होर कोई नहीं है। अकाल पुरख दे बराबर होर कोई नहीं जिहदा आपां प्रमाण दे सकीए कि फलाना जिहड़ा वो रब है, फलाना दूसरा रब है। इस करके आपां महाराज कहने उपमान प्रमाण भी नहीं दे सकते कि ये फलानी चीज़ फलाने वर्गी है, उहदे विच जैसा तू तैसा तू ही क्या उपमा दीजा। चौथा देव जी महाराज जो साढ़े ते बख्शिश कर रहे ने, जिन्ना का हजम हो जाए उन्ना का आपां रोज छकते हैं, भाई इन्नी की चीज़ ही आपां हजम कर सकते हैं। प्रमाण सीगे पहला विधि पक्ष नाल 6, वो अपने ढंग नाल सेवा कर रहे हैं अकाल पुरख की। नखेद पक्ष वाले अपने ढंग नाल सेवा करते हैं। नखेद पक्ष विच आपां श्रवण कर ले प्रमाण पहले 3। सो जिहड़ा चौथा प्रमाण है इहनूं अर्थापति प्रमाण कहंदे ने। अर्थापति प्रमाण विधि पक्ष विच इउं आया सी जिवें कोई बंदा दिने कुछ नहीं खांदा, रात नूं लोके रोटी खांदा होवे, ਉਹਦੇ ਸਰੀਰ ਨੂੰ ਵਾਧਾ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਉਂ ਹੀ ਕਹਿੰਦੇ ਆਪਾਂ ਬ੍ਰਹਮ ਦਾ ਅੰਦਾਜ਼ਾ ਲਾ ਸਕਦੇ ਹਾਂ ਇਸ ਸ੍ਰਿਸ਼ਟੀ ਤੋਂ। ਇਹ ਤਾਂ ਵਿਧੀ ਪੱਖ ਵਾਲੇ ਕਹਿੰਦੇ ਨੇ। ਪਰ ਨਖੇਦ ਪੱਖ ਵਾਲੇ ਕਹਿੰਦੇ ਨੇ ਨਹੀਂ, ਸਰੀਰ ਦਾ ਬੋਧ ਖਾਣਾ ਖਾਣ ਨਾਲ ਤਾਂ ਹੋ ਸਕਦਾ ਹੈ, ਅੰਨ ਖਾਣ ਨਾਲ, ਕਿਉਂਕਿ ਅੰਨਮय ਕੋਸ਼ ਹੈ ਇਹ। ਪਰ ਕਿਉਂਕਿ ਜਿਹੜਾ ਬ੍ਰਹਮ ਹੈ, ਜਿਹੜੀ ਆਤਮਾ ਹੈ, ਆਤਮਾ ਸਰਬ ਵਿਆਪਕ ਹੈ ਜੋ, ਇਹ ਆਤਮਾ ਦਾ ਬੋਧ ਕਿਸੇ ਅੰਦਾਜ਼ੇ ਨਾਲ ਨਹੀਂ ਹੋ ਸਕਦਾ, ਕਿਉਂਕਿ ਮਨ ਬਾਣੀ ਤੋਂ ਅਵਿਸ਼ੇ ਹੈ। ਮਨ ਬਾਣੀ ਦਾ ਵਿਸ਼ਾ ਨਹੀਂ ਹੈ। ਭਾਵ ਜ਼ੁਬਾਨ ਨਾਲ ਬਾਣੀ ਦਾ ਭਾਵ ਮਨ ਕਰਕੇ, ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਉਹਨੂੰ ਹੱਥਾਂ ਨਾਲ ਪਕੜਿਆ ਨਹੀਂ ਜਾ ਸਕਦਾ। ਇਸ ਕਰਕੇ ਉਹ ਬ੍ਰਹਮ ਆਪਣੇ ਵਿੱਚ ਆਪ ਹੀ ਹੈ। ਸੋ ਫਿਰ ਉਸ ਤੋਂ ਬਾਅਦ ਪੰਜਵਾਂ ਪ੍ਰਮਾਣ ਜਿਹੜਾ ਦਿੱਤਾ ਅਨਉਪਲਬਧੀ ਪ੍ਰਮਾਣ ਹੈ। ਇਹਨੂੰ ਵੀ ਨਿਖੇਧ ਕਰਦੇ ਨੇ ਉਹ। ਅਨਉਪਲਬਧੀ ਪ੍ਰਮਾਣ ਵਿੱਚ ਇਸ ਪ੍ਰਕਾਰ ਜੋ ਆਇਆ ਸੀ ਕਿ ਕਿਸੇ ਨੇ ਕਿਹਾ ਫਲਾਣੇ ਥਾਂ ਦੇ ਦੈਂਤ ਰਹਿੰਦਾ ਜਾਂ ਦਿਓ ਰਹਿੰਦਾ, ਲੋਕਾਂ ਨੇ ਯਕੀਨ ਕਰ ਲਿਆ ਸੀ। ਪਰ ਇਸ ਪਾਸੇ ਨਿਖੇਧ ਪੱਖ ਵਿੱਚ ਅਨਉਪਲਬਧੀ ਪ੍ਰਮਾਣ ਵਿੱਚ ਇਹ ਗੱਲ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਅਕਾਲ ਪੁਰਖ ਜਿਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਵਾਹਿਗੁਰੂ ਕਿਸੇ ਦੇਸ਼ ਵਿੱਚ ਰਹਿੰਦਾ, ਕਿਉਂਕਿ ਇੱਕ ਦੇਸ਼ ਵਿੱਚ ਨਹੀਂ ਰਹਿੰਦਾ ਉਹ। ਫਿਰ ਉਹ ਕਾਲ ਵਿੱਚ ਨਹੀਂ ਹੈ, ਸਮੇਂ ਵਿੱਚ ਨਹੀਂ ਹੈ। ਫਿਰ ਉਹ ਵਸਤੂ ਵਿੱਚ ਨਹੀਂ ਹੈ। ਵਸਤੂ ਜਿਹੜੀ ਆਈ ਸੀ ਥੋੜ੍ਹੀ ਜਿਹੀ ਔਖੀ ਆਈ ਸੀ, ਆਪਾਂ ਸੁਣੀ ਵੀ ਸੀ, ਪ੍ਰਾਗਿਆ ਨਾਮੇ ਜੀਵ ਜਿਹੜਾ। ਸੋ ਇਸੇ ਪ੍ਰਕਾਰ ਉਹ ਜਾਗਰਤ ਅਵਸਥਾ ਵਿੱਚ ਜਿਹੜਾ ਰਹਿੰਦਾ ਹੈ, ਵਿਸ਼ਵ ਨਾਮੇ ਜੀਵ, ਸਖੋਪਤ ਅਵਸਥਾ ਦਾ ਅਭਿਮਾਨੀ, ਇਹ ਚੀਜ਼ਾਂ ਜਿਹੜੀਆਂ ਸੁਣੀਆਂ ਸੀ ਇਹਨੂੰ ਵਸਤੂ ਕਹਿੰਦੇ ਨੇ।
ਵਾਹਿਗੁਰੂ ਦੇਸ਼ ਕਾਲ ਵਸਤੂ ਕਰਕੇ ਖੰਡਨ ਨਹੀਂ ਹੋ ਸਕਦਾ, ਕਿਉਂਕਿ ਉਹ ਭੂਤ ਭਵਿੱਖ ਵਰਤਮਾਨ ਤਿੰਨਾਂ ਸਮਿਆਂ ਵਿੱਚ ਹਾਜ਼ਰ ਰਹਿੰਦਾ ਹੈ। ਇਸ ਕਰਕੇ ਉਹ ਵਾਹਿਗੁਰੂ ਕਿ ਸਰਬੱਤਰ ਦੇਸਾ ਹੈ ਕਿ ਸਰਬੱਤਰ ਭੇਸ ਹੈ। ਮਹਾਰਾਜ ਕਹਿੰਦੇ ਸਾਰਿਆਂ ਦੇਸ਼ਾਂ ਵਿੱਚ, ਸਾਰਿਆਂ ਭੇਸ਼ਾਂ ਵਿੱਚ, ਉਹਨੂੰ ਖੰਡਨ ਕਿੱਥੋਂ ਕਰੋਗੇ? ਅਖੰਡ ਚੇਤਨ ਅਕਾਲ ਪੁਰਖ ਵਾਹਿਗੁਰੂ ਹੈ, ਉਹਨੂੰ ਆਪਾਂ ਖੰਡਨ ਨਹੀਂ ਕਰ ਸਕਦੇ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਹੁਣ ਆ ਗਿਆ ਸ਼ਬਦਾਪਤੀ ਪ੍ਰਮਾਣ। ਸ਼ਬਦਾਪਤੀ ਪ੍ਰਮਾਣ ਵਿੱਚ ਆਪਾਂ ਸੁਣਿਆ ਸੀ, ਜਿਵੇਂ ਕਿਸੇ ਨੇ ਪਲਟਣ ਵਿੱਚੋਂ ਆ ਕੇ, ਉਸੇ ਦੀ ਪਲਟਣ ਦੇ ਬੰਦੇ ਨੇ ਪਿੰਡ 'ਚ ਆ ਕੇ ਉਹਦੇ ਪਿਤਾ ਨੂੰ ਕਿਹਾ ਤੁਹਾਡਾ ਪੁੱਤਰ ਸੂਬੇਦਾਰ ਬਣ ਗਿਆ, ਯਕੀਨ ਹੋ ਗਿਆ ਸੁਣ। ਪਰ ਨਖੇਧ ਪੱਖ ਵਾਲੇ ਇਹਦਾ ਵੀ ਖੰਡਨ ਕਰਦੇ ਨੇ, ਕਰਦੇ ਦੋਨੋਂ ਹੀ ਸੇਵਾ ਨੇ, ਪਰ ਉਹਨਾਂ ਦੀ ਸੇਵਾ ਉਸ ਤਰੀਕੇ ਨਾਲ, ਉਹਨਾਂ ਦੀ ਸੇਵਾ ਉਸ ਤਰੀਕੇ ਨਾਲ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੇ ਮੰਨਣ ਪ੍ਰਾਪਤ ਕੀਤਾ। ਅਕਾਲ ਪੁਰਖ ਦਾ ਮੰਨਣ ਰਾਹੀਂ ਗਿਆਨ ਹੁੰਦਾ। ਸ਼ਬਦਾਪਤੀ ਪ੍ਰਮਾਣ ਹੈ, ਕਥਨ ਕਹਿਣ ਕਉ ਸੋਝੀ ਨਾਹੀਂ। ਹੁਣ ਇਹ ਨਖੇਧ ਪੱਖ ਵਾਲੇ ਕਹਿੰਦੇ ਨੇ ਬਈ ਕਥਨ ਅਤੇ ਕਹਿਣ ਨੂੰ ਕੁਛ ਕਹਿ ਹੀ ਨਹੀਂ ਸਕਦੇ ਅਕਾਲ ਪੁਰਖ ਬਾਰੇ, ਇਹਦੀ ਸੋਝੀ ਨਹੀਂ ਪੈ ਸਕਦੀ। ਕਹਿੰਦੇ ਫਿਰ ਸੋਝੀ ਕਿਹਨੂੰ ਪੈਂਦੀ ਹੈ? ਜੋ ਪਿੱਖ ਹੈ ਤਿਸ ਬਨ ਆਵੈ। ਇਹ ਤਾਂ ਜਿਹੜਾ ਦਰਸ਼ਨ ਕਰਦਾ ਨਾ ਉਸ ਨੂੰ ਹੀ ਬਣ ਆਉਂਦਾ ਬਸ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਕੀ ਤੁਸੀਂ ਕਹੋਗੇ ਉਹਦਾ ਪ੍ਰਮਾਣ ਦੇ ਕੇ? ਸ਼ਬਦ ਪ੍ਰਮਾਣ ਰਾਹੀਂ ਨਹੀਂ ਆਪਾਂ ਜਾਣ ਸਕਦੇ। ਇਹ ਤਾਂ ਬਸ ਜਿਹਨੇ ਦੇਖਿਆ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਇਸ ਕਰਕੇ ਉਹ ਇਸ ਢੰਗ ਨਾਲ ਆਪਣੀ ਸੇਵਾ ਕਰਦੇ ਨੇ। ਜਿਨ ਸੇਵਿਆ ਤਿਨ ਪਾਇਆ ਮਾਨ। ਉਹਨਾਂ ਨੇ ਮੰਨਣ ਗਿਆਨ ਦੇ ਰਾਹੀਂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ। ਇਸ ਕਰਕੇ ਉਹ ਕਹਿੰਦੇ ਨੇ ਕਿ ਵਾਹਿਗੁਰੂ 6 ਪ੍ਰਮਾਣਾਂ ਦੁਆਰਾ ਵੀ ਅਵਿਸ਼ੇ ਹੈ। ਫਿਰ ਉਹ ਕਿਵੇਂ ਹੈ? ਕਹਿੰਦੇ ਵਾਹਿਗੁਰੂ ਸਵੈ ਅਨੁਭਵ ਪ੍ਰਮਾਣ ਸਰੂਪ ਹੈ। ਉਹ ਆਪਣੇ ਆਪ ਤੋਂ ਆਪ ਹੀ ਪ੍ਰਮਾਣ ਰੂਪ ਹੈ। ਜਿਵੇਂ ਇੱਕ ਵਾਰੀ ਬੜੀ ਪੁਰਾਣੀ ਗੱਲ ਹੈ, ਆਖੇ ਮਹਾਰਾਜ 10ਵੇਂ ਪਾਤਸ਼ਾਹ ਤੇ ਫਿਲਮ ਬਣਾਉਣ ਲੱਗੇ ਸੀ। ਤਾਂ ਫਿਲਮ ਬਣਾਉਣ ਲੱਗੇ ਕਿ 10ਵੇਂ ਪਾਤਸ਼ਾਹ ਫਿਲਮ ਬਣਾਉਣੀ ਹੈ। ਤਾਂ ਫਿਰ ਜਦੋਂ ਸਾਰਿਆਂ ਨੂੰ ਜਾ ਕੇ ਸੰਤਾਂ ਮਹਾਤਮਾ ਨੂੰ ਪੁੱਛਦੇ ਰਹੇ ਕਿ ਅਸੀਂ ਫਿਲਮ ਬਣਾਉਣੀ ਹੈ, ਇਜਾਜ਼ਤ ਦਿਓ। ਤੇ ਇੱਕ ਮਹਾਤਮਾ ਕਹਿਣ ਲੱਗੇ ਵੀ ਦੇਖੋ ਉਹ ਜਿਹੜਾ ਐਕਟਰ ਸੀ ਨਾ 10ਵੇਂ ਪਾਤਸ਼ਾਹ, ਉਹ ਆਪ ਹੀ ਸੀ। ਉਹਦੀ ਰੀਸ ਹੋਰ ਕੋਈ ਨਹੀਂ ਕਰ ਸਕਦਾ, ਉਹਦੇ ਬਰਾਬਰ ਹੋਰ ਕੋਈ ਨਹੀਂ ਜਾ ਸਕਦਾ। ਇਸ ਕਰਕੇ ਅਕਾਲ ਪੁਰਖ ਜਿਹੜਾ ਕੁਛ ਹੈ ਉਹ ਆਪੇ ਹੀ ਆਪ ਹੈ, ਉਹਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਪੈਂਦੀ। ਇਸੇ ਕਰਕੇ ਉਹ ਸਵੈ ਅਨੁਭਵ ਪ੍ਰਮਾਣ ਸਰੂਪ ਆਪ ਹੀ ਆਪ ਹੈ। 10ਵੇਂ ਪਾਤਸ਼ਾਹ ਦਿੰਦੇ ਨੇ ਇਹਦਾ ਪ੍ਰਮਾਣ ਜਾਪ ਸਾਹਿਬ ਦੇ ਵਿੱਚ, ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ। ਇਹ ਇਹਨਾਂ 6 ਪ੍ਰਮਾਣਾਂ ਦਾ ਖੰਡਨ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਵੀ। ਕਹਿੰਦੇ ਉਹ ਤਾਂ ਅਨੁਭਵ ਪ੍ਰਕਾਸ਼ ਹੈ, ਰਾਤ ਦਿਨ ਪ੍ਰਕਾਸ਼ਮਾਨ ਕਰਨ ਵਾਲਾ ਸਾਰਿਆਂ ਦੇ ਤਾਂ ਹੀ। ਇਸ ਕਰਕੇ ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਜਿਵੇਂ ਵੀ ਸੇਵਾ ਕੀਤੀ ਹੈ ਉਹਨਾਂ ਨੇ ਉਸੇ ਪ੍ਰਕਾਰ ਹੀ ਮਾਨ ਤੋਂ ਭਾਵ ਮੰਨਣ ਗਿਆਨ ਨੂੰ ਪ੍ਰਾਪਤ ਕੀਤਾ ਹੈ। ਨਾਨਕ ਗਾਵੀਐ ਗੁਣੀ ਨਿਧਾਨ। ਨਾਨਕ ਤੋਂ ਭਾਵ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਗੁਣੀ ਨਿਧਾਨ, ਜਿਹੜਾ ਗੁਣਾਂ ਦਾ ਖਜ਼ਾਨਾ ਹੈ ਅਕਾਲ ਪੁਰਖ ਵਾਹਿਗੁਰੂ, ਉਹ ਨਿਧਾਨ ਤੋਂ ਭਾਵ ਖਜ਼ਾਨਾ। ਉਸ ਖਜ਼ਾਨੇ ਨੂੰ ਗਾਵੀਐ ਕਿਵੇਂ? ਕਹਿੰਦੇ ਇਕੱਲੇ ਨਾ ਗਾਇਓ ਆਪਣੇ ਆਪ ਹੀ, ਗੁਰਾਂ ਦੇ ਰਾਹੀਂ ਗਾਇਓ, ਸੰਗਤ ਦੇ ਨਾਲ ਮਿਲ ਕੇ ਗਾਇਓ। ਇਕੱਲਾ ਬੰਦਾ ਕਦੇ ਸਫਲਾ ਨਹੀਂ ਹੋਇਆ ਸੰਗਤ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ, ਵੀ ਮੈਨੂੰ ਗੁਰੂ ਦੀ ਲੋੜ ਨਹੀਂ, ਮੈਂ ਤਾਂ ਆਪਣੇ ਆਪ ਹੀ ਤਰ ਜਾਵਾਂਗਾ। ਤਾਂ ਮਹਾਰਾਜ ਕਹਿੰਦੇ ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਕਹਿੰਦੇ ਗਾਵੀਐ ਗਾਓ, ਗਾਉਣਾ ਕਰੋ ਪਹਿਲਾਂ ਆਪਣੀ ਜ਼ੁਬਾਨ ਦੇ ਨਾਲ ਉਹਦੇ ਨਾਮ ਨੂੰ, ਬਾਣੀ ਨੂੰ। ਫਿਰ ਸੁਣੀਐ, ਫਿਰ ਧਿਆਨ ਦੇ ਨਾਲ ਸੁਣਨਾ ਕਰੋ। ਗਾਵੀਐ ਸੁਣੀਐ, ਫਿਰ ਮਨ ਮੰਨਣ ਕਰੋ ਉਹਦਾ। ਫਿਰ ਰੱਖੀਐ ਤੋਂ ਭਾਵ ਉਹਨੂੰ ਵਸਾਉਣਾ ਕਰੋ ਆਪਣੇ ਹਿਰਦੇ ਦੇ ਵਿੱਚ। ਫਿਰ ਹੁੰਦਾ ਹੈ ਭਾਵ ਪ੍ਰਕਾਸ਼। ਰੱਖੀਏ ਦਾ ਅਰਥ ਹੈ ਨਿਧਿਆਸਣ ਕਰਨਾ। ਇਹ 3 ਚੀਜ਼ਾਂ ਆਮ ਕਥਾ 'ਚ ਸਾਰੇ ਹੀ ਕਹਿੰਦੇ ਨੇ ਕਿ ਸ਼ਰਵਣ, ਮੰਨਣ, ਨਿਧਿਆਸਣ, ਇਸ ਦੀ ਕਮਾਈ ਕਰੋ।
श्रवण करो, फिर मनन करो, फिर निध्यासन करो। पर महाराज सच्चे पातशाह कहते हैं कि आपां पहलां सुण आए हैं ये सारियां चीज़ां कि हुण श्रवण का जिहड़ा है भाव की है, मनन का भाव की, मनन किहनूं कहंदे ने, इहदी उत्पत्ति कित्थों होई है, असल विच ये है की, ते निध्यासन किहनूं कहंदे ने, कमाई करन, ये निध्यासन का भाव की है। जे आपां नूं मूल रूप विच किसी गल का पता ही नहीं इन्हां चीज़ां ने जन्म कित्थों लिया जां इन्हां दा भाव की है, फिर आपां ये तां सारी जिंदगी कही जावांगे बई श्रवण मनन निध्यासन करो बई, पर इहदा ज्ञान होना जरूरी है। हुण सतगुरु महाराज पहलां तां आपां नूं यही कहंदे ने कि गावी है, जदों कहंदे ने गावी है बाणी, सतगुरु जी जदों बाणी गाउंदे ने सुणाउंदे ने, जे आम बंदा अज दे युग च कहे भी महाराज तां हुण बाणी सुणाउंदे नहीं, गुरु ग्रंथ साहिब तां हुण बोलदे नहीं, महाराज बोलदे ने। सतगुरु जी अपने आप नहीं अवा तवा बोलदे, ये वो गल नहीं है कि एवें बैठे गल्लां करी जाण, ये तां जे कोई आके प्यार नाल ताबिया बैठेगा, मंगल करेगा, महाराज दे दर्शन करेगा, जदों बाणी नूं बोलदा है, जे कोई किसी की चिट्ठी पढ़ के आखे कि चिट्ठी लिखण वाला मैं हाँ, ये तां नहीं हो सकदा। वो जिहड़ा बोलदा ना असल विच वो तां उही बोलदा जिहदी चिट्ठी आई हुई है, असल विच तां उही बोलदा है। महाराज कहते इउं जाण के गुरबाणी नूं पढ़ो कि गावी है, जदों सतगुरु जी गाउंदे ने भावें आपां ही पाठ करदे होईए, पर यह ना कहो कि मैं सुखमनी साहब पढ़ लिया, तू तो पढ़िया ही है ना, तू रचता तो नहीं है इहदा, सुखमनी साहब नूं रचिया तां तू नहीं है, पंजवें पातशाह ने रचना की है, तू उहनूं गावी है पढ़न वाला जिहड़ा है, तू ये समझ के गुरु साहब ने मैनूं सुनेहा भेजिया। इस प्रकार भावना दे नाल जदों इउं जाणो कि जिन्नी मैं बाणी पढ़ रहा जां कीर्तन सुन रहा, कथा सुन रहा, ये सतगुरु जी ही मैनूं सुणा रहे ने, इउं गावी है। जदों गावी है सतगुरु जी गाउंदे ने, कीर्तन भावें रागी सिंह करते हैं, कईयां दा ये विचार हुंदा कि रागी कीर्तन करते हैं, ये रागी की शक्ल नहीं चंगी है, ये ट्यून नहीं चंगी है, आ फलाना आया, इन्नियां गल्लां सोचण दा की फायदा। उदों अखां बंद करके जिहड़े पातशाह दा शब्द चलदा वो पढ़ते ने, उसे पातशाह दा ध्यान करके सुनो भी ये तां पंजवें पातशाह गा रहे ने, ये थोड़ी गा रहे ने, इन्हां कोल की है, जे बाणी उन्होंने गाई है तां ही उन्होंने अगे गाई है। इस करके निर्माता तो वो ने, रचन वाले तो वो आप ने। वो जदों भी कीर्तन हुंदा तां इउं समझो कि वो सतगुरु गा रहे ने, तां फिर उहनूं गा भी है, वो पिछे जिहड़ा आउंदा ना मन रखी है भाव, भाव का अर्थ है प्रेम। जदों सतगुरु की बाणी गाउंदा कोई सुणाउंदा, पाठ सुणाउंदा, कोई कथा सुणाउंदा, कोई तुहानूं वाहिगुरू वाहिगुरू सुणाउंदा, उदों भावना नाल जाणो कि सतगुरु सुणा रहे, फिर शरधा बननी अपने मन च, फिर किरपा होनी है, सुनी है, फिर सुनना करो उन्होंने प्यार नाल भी ये सतगुरु महाराज मैनूं सुणा रहे ने, सुनिए भाव प्रेम दे नाल सुनना करो, उन्होंने श्रवण करना, मन मनन करो, मन दे अंदर रखिए, निध्यासन करो, फिर भाव प्रकाश होवेगा। हुण कहने श्रवण, पहला तो गाउणा तो आपां सुन लिया कि सतगुरु जी गाउंदे ने ते आपां सुणदे हैं। हमेशा जदों पाठ करो यही समझो भी महाराज मैनूं बाणी सुणा रहे ने, ये ना कहो कि मैं पढ़ रहा। जे आपां ये समझ लांगे महाराज मैनूं बाणी सुणा रहे ने, तां आपां कन्नां नाल आपे सुनी जानी है, इउं ना जाणो। जे तुसीं कहो नहीं ये तां मैं बोल रहा जां मैं कीर्तन कर रहा, नहीं भाई, वाहिगुरू दी जोत तेरे अंदर है तां तू बोल रहा, वाहिगुरू बोल रहा तेरे अंदर, तू कन्नां नाल सुण। इन्नी भावना बनाओ कि गुरु नानक देव जी मैनूं जपजी साहब सुणाउंदे ने, गुरु अर्जन देव जी मैनूं सुखमनी साहब दा पाठ सुणाउंदे ने, जाप साहब मैनूं 10वें पातशाह सुणाउंदे ने। जद इउं प्रतीत करन लग जाओ तां वाकई उही अवस्था बन जाती बंदे दी। फिर महाराज कहते फिर मन रखी है भाव, मन दे अंदर भावना ये कर लो। हुण इहदे विच जिहड़ियां 3 चीज़ां आईयां ने कि गावी है, फिर सुनी है। ये जिहड़ा सुनना है ना, ये सुनन का स्वरूप की है, सुनन का लक्षण की है। ये जिहड़ा श्रवण है, सुनना है, किन्ने प्रकार का है।
श्रवण भी दो प्रकार का है। श्रवण का मतलब ये हुंदा कि जिहड़ियां पंक्तियां सुन के उन्हां पंक्तियां दे महात्म का जिहड़ा निर्णय करना, उन्हें तात्पर्य का निर्णय करना है ना, प्रयोजन का निर्णय करना है, उन्होंने सुन के जिहड़ा अपने मन का टिकना है, सुन के मन टिकदा। असल विच जदों आपां पाठ करदे हां उहदा अपना मन किते होर हुंदा, इसे करके गुरबाणी अपने मूँह विच हुंदी है, मन हुणे किते होर गए ने, मन तो टिकिया नहीं। महाराज कहने पहला श्रवण करना सिखो प्यारिओ, श्रवण तो अगे ना जाओ। पहला जिहड़ा बंदा श्रवण कर लेगा अपने आप ही मनन हो जा। जे पहली क्लास विच बच्चा दाखिल करा दिए, अगले साल दूसरी च उहने हो ही जाना है, फिर तीसरी च भी हो ही जाना है। तो जे पहला ही पंजवीं च दाखिल कराउण नूं फिर प्रिंसीपल मनदा किते भी पहली क्लास का बच्चा पंजवीं च दाखिल कर लो जी, वो नहीं मनदा। महाराज कहने पहला श्रवण नूं जाणो है कि यह श्रवण दो प्रकार का है, ਉਹਦੇ ਵਿੱਚ भी अगे पहली प्रकार का तो एक प्रकार का, दूसरी प्रकार ਵਿੱਚ 6 चीज़ां आउंदियां ने। जब तक वो 6 चीज़ों का ज्ञान नहीं हुंदा उदों तक श्रवण करन नूं आपां समझ ही नहीं सकते। सो सतगुरु महाराज कल नूं आपां दसणगे कि श्रवण किवें करना, फिर अगे हौली हौली दसणगे मनण की चीज़ हुंदी है, फिर अगे दसणगे निध्यासन किहनूं कहंदे ने। इन्हां गल्लां दा जब तक ज्ञान नहीं हुंदा उदों तक आपां पंच प्रवाण की पौड़ी नूं नहीं समझ सकना। पंच प्रवाण की पौड़ी नूं समझण लई फिर देखो महाराज सच्चे पातशाह सुनिया दीयां 4 पौड़ियां कहणगे, फिर मनण दीयां 4 पौड़ियां कहणगे, फिर पंच प्रमाण वाली पौड़ी निध्यासन की पौड़ी है। इस पौड़ी विचों उस पौड़ी तक जाण लई सानूं पहलां इस नूं समझना पैना। जिवें किसी थां ते जाण लई पहलां उहदे कानून समझो फिर उत्थे जाओ। ये पंजवीं पौड़ी विच गावी है, सुनी है, मन रखी है, भाव दी विचों ही पंच प्रमाण की पौड़ी तक का ज्ञान सतगुरु करवाउणगे। इस प्रकार गुरु नानक देव जी ने ताइयों कहा कि सब ते वड्डा सतगुरु नानक जिन कद राखी मेरी। महाराज सब तो वड्डे ने, समझाउण दे तरीके भी महाराज दे बड़े सोहणे ने, प्यार नाल समझा रहे ने, आपां समझ रहे हैं। वड्डी चीज़ है गावी है, गावी है वाहिगुरु मंत्र नूं इउं जाण के भी ये गुरु नानक देव जी ने दिता है। गुरु नानक देव जी बोल रहे ने संगत रूप विच ते मैं सुन रहा हाँ। मन दे च भावना रख के अज इउं जाणो भी जिहड़ा वाहिगुरु अखर आ रहा मेरे कन्नां विच वो गुरु नानक देव जी बोल रहे ने। किंतु करन वाला करदा किवें, विच संगत हर प्रभ वसै जी। वो संगत विच बह के वो आप बोल रहा, उहनूं तू प्यार नाल सुनन वाला जग्यासू बन जा। वाहिगुरु 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 वाहिगुरु। आपां हौली साइंस की किताब आरंभ हुंदी है दूसरी तीसरी क्लास तो ही, बड़ा छोटा जिहा एक प्रसंग हुंदा, एक फुੱਲ ਦਾ ही। ये फुੱਲ हुंदा, इहदियां पत्तियां हुंदियां ने, आ चीज़ बंदो थोड़ा जी दस्सिया जांदा। ਉਹੀ साइंस का प्रसंग चौथी विच जाके ਉਹਦੇ ਚ एक लैसन होर वध जांदा। यही वधदा वधदा अगे जाके वड्डियां क्लासां विच एक एक फुੱਲ ਦੇ उत्ते ही एक किताब लिखी जाती। दिनों दिन ज्ञान वधदा, अपने विच उल्ट रवाज हो गया भी अपना दिनों दिन ज्ञान घटदा जा रहा। आपां चाहुंदे मैनूं सौखी जी गल बस दसो, सौखी सौखी करदियां करदियां फिर गल दा आनंद नहीं बनता। इस करके हमेशा ये सिखो कि ज्ञान बहुता मिले मैनूं। जब तक किसी चीज़ का आपां नूं ज्ञान नहीं है उदों तक उसकी कदर नहीं है। इस प्रकार उदाहरण वजों ही इन्ना मैं कह दिना, जां कोई बंदे ने दिल्ली शहर नहीं देखा, पिंड विच रहिंदा, कहते ने लोग कि दिल्ली गया सी मैं, दिल्ली आ। हुण पिंड च रहण वाला जिहड़ा बंदा वो समझदा भी ये भी कोई पिंड होना बड़ा सारा, उहनूं ज्ञान नहीं है। एक बारी उहनूं बंदा एक दिल्ली लग्या, उहनूं घुमाया फिराया, वो हफ्ता लग गया घुमदियां नूं दिल्ली, उत्थे जा कहंदा भी बहुत वड्डी है दिल्ली। जद हुण पिंड बैठे नूं उहनूं फिर कोई कहे
भी दिल्ली देखी तो ਉਹਦੇ ਅੱਖਾਂ ਦੇ ਮੂਹਰੇ ਸਾਰੀ ਦਿੱਲੀ ਆ ਜਾਂਦੀ। ਦਿੱਲੀ ਅੱਖਰ ਤਾਂ ਛੋਟਾ ਜਿਹਾ ਹੀ ਆ ਪਰ ਹੈ ਬੜਾ ਵੱਡਾ ਬਈ। 7 ਦਿਨ ਲੱਗ ਗਏ ਸਾਨੂੰ ਦਿੱਲੀ ਘੁੰਮਦਿਆਂ, ਹਾਲੇ ਤੱਕ ਉਹਦਾ ਕੋਈ ਉਰਾ ਪਰਾ ਪਤਾ ਹੀ ਨਹੀਂ ਲੱਗਿਆ ਕਿੱਡੀ ਵੱਡੀ। ਇਸ ਤਰ੍ਹਾਂ ਜਿਹੜੇ ਲੋਕ ਘਰ ਬੈਠੇ ਨੇ ਉਹ ਘਰ ਬੈਠੇ ਕਹਿਣ ਲੈ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ, ਆ ਮੂਲ ਮੰਤਰ ਦਾ ਕੀ ਫਾਇਦਾ, ਆ ਜਪਜੀ ਸਾਹਿਬ ਦਾ ਕੀ ਫਾਇਦਾ। ਜਦ ਸਤਸੰਗ ਵਿੱਚ ਬੈਠ ਕੇ ਇਹਨੂੰ ਖੋਲੋਗੇ ਨਾ ਦਿੱਲੀ ਵਾਂਗੂ ਦੇਖੋਗੇ ਜਦ ਇਹਨੂੰ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਮ, ਕਹਿੰਦੇ ਜਿਹੜਾ ਮੇਰਾ ਸ਼ਹਿਰ ਹੈ ਨਾ ਸੱਚਖੰਡ, ਉਹਦਾ ਨਾਮ ਹੈ ਬੇਗਮਪੁਰਾ। ਗਮ ਤੋਂ ਰਹਿਤ ਹੈ ਮੇਰਾ ਸ਼ਹਿਰ। ਆਓ ਮੇਰੇ ਸ਼ਹਿਰ ਦੀ ਸੈਰ ਕਰੋ, ਦੇਖੋ ਕਿ ਕਿੱਡੀ ਵੱਡੀ ਹੈ ਗੁਰਬਾਣੀ, ਕਿੰਨੇ ਵੱਡੇ ਨੇ ਸਾਡੇ ਗੁਰੂ ਨਾਨਕ ਦੇਵ ਜੀ, ਕਿੰਨਾ ਵੱਡਾ ਇਤਿਹਾਸ ਹੈ ਸਾਡਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗਾਵੀਐ ਸੁਣੀਐ। ਸੁਣੋ ਭਾਈ, ਸੁਣਨਾ ਕਰੋ। ਸਿੱਧ ਕਹਿਣ ਲੱਗੇ ਮਹਾਰਾਜ ਇਹ ਸ਼ਰਵਣ ਦਾ ਸਰੂਪ ਫਿਰ ਕੀ ਹੈ? ਕਿਉਂ ਉਹ ਵੀ ਬਾਲ ਦੀ, ਜਿਵੇਂ ਕਹਿੰਦੇ ਬਾਲ ਦੀ ਖੱਲ ਲਾਉਣ ਵਾਲੀ ਗੱਲ ਹੁੰਦੀ ਹੈ। ਉਹ ਵੀ ਅੱਗਿਓਂ ਪ੍ਰਸ਼ਨ ਇਹੋ ਜਿਹਾ ਕਰਦੇ ਨੇ ਕਿ ਜਿਹੜਾ ਮਹਾਰਾਜ ਜੀ ਸ਼ਰਵਣ ਦਾ ਸਰੂਪ ਕੀ ਹੈ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸ਼ਰਵਣ ਦੇ 2 ਸਰੂਪ ਮੰਨੇ ਨੇ। ਇੱਕ ਸਰੂਪ ਤੇ ਇਹ ਹੈ ਕਿ ਜਿਹੜਾ ਆਪਣੇ ਗੁਰੂ ਤੋਂ ਉਪਦੇਸ਼ ਸੁਣਦੇ ਆਪਾਂ, ਜਾਂ ਤੁਸੀਂ ਆਪਣੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਹੋ, ਗੋਰਖ ਤੋਂ ਉਪਦੇਸ਼ ਲੈਂਦੇ ਹੋ, ਜਾਂ ਸਤਿਗੁਰੂ ਜੀ ਕਹਿੰਦੇ ਗੁਰਸਿੱਖ ਉਪਦੇਸ਼ ਲੈਂਦੇ ਬਾਣੀ ਰਾਹੀਂ। ਇਸ ਉਪਦੇਸ਼ ਨੂੰ ਸੁਣ ਕੇ ਜਿਹੜਾ ਇਹ ਪ੍ਰਤੀਤ ਹੁੰਦਾ ਕਿ ਆਤਮਾ ਬ੍ਰਹਮ ਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਹ ਜਿਹੜਾ ਉਪਦੇਸ਼ ਸੁਣਿਆ ਨਾ ਹੁਣ ਆਪਾਂ ਨੇ, ਇਹਨੂੰ ਸ਼ਰਵਣ ਦੀ ਪਹਿਲੀ ਕਿਸਮ ਕਹਿੰਦੇ ਨੇ ਕਿ ਸੁਣ ਕੇ ਭਰੋਸਾ ਹੋ ਜਾਣਾ ਕਿ ਆਤਮਾ ਹੀ ਪਰਮਾਤਮਾ ਹੈ। ਇਹ ਸ਼ਰਵਣ ਦਾ ਇਹ ਪਹਿਲਾ ਪ੍ਰਕਾਰ ਹੈ ਸ਼ਰਵਣ ਦਾ, ਕਿ ਭਰੋਸਾ ਹੋ ਜਾਣਾ। ਸੋ ਦੂਸਰਾ ਜਿਹੜਾ ਸ਼ਰਵਣ ਹੈ ਉਹ ਗੁਰੂ ਦੇ ਦੱਸੇ ਹੋਏ ਬਚਨਾਂ ਦੇ ਉੱਤੇ 6 ਚਿੰਨ੍ਹ ਹੁੰਦੇ ਨੇ। ਉਹ 6 ਚਿੰਨ੍ਹਾਂ ਦੇ ਮੁਤਾਬਕ ਸ਼ਰਵਣ ਦੇ ਮਹਾਤਮ ਨੂੰ ਜਾਣਨਾ, ਸ਼ਰਵਣ ਨੂੰ ਸਮਝਣਾ ਕਿ ਸ਼ਰਵਣ ਕੀ ਚੀਜ਼ ਹੈ। ਉਹ ਕਈ ਐਸਾ 6 ਚਿੰਨ੍ਹਾਂ ਦੁਆਰਾ ਕਰਦੇ ਨੇ। ਜਿਵੇਂ 6 ਚਿੰਨ੍ਹਾਂ ਵਿੱਚ ਆਉਂਦਾ ਹੈ ਉਪਕਰਮ ਉਪਸੰਹਾਰ, ਪਹਿਲਾ ਚਿੰਨ੍ਹ ਹੈ ਇਹਦਾ। ਕਿਉਂਕਿ ਵੈਸੇ ਤਾਂ ਆਪਾਂ ਰੋਜ਼ ਬਾਣੀ ਪੜ੍ਹਦੇ ਆਪਾਂ ਨੂੰ ਉਪਕਰਮ ਉਪਸੰਹਾਰ ਪਹਿਲੀ ਵਾਰ ਸੁਣਿਆ ਵੀ ਪਤਾ ਹੀ ਨਹੀਂ ਇਹ ਹੁੰਦਾ ਕੀ ਹੈ। ਦੇਖੋ ਉਪਕਰਮ ਉਪਸੰਹਾਰ ਇਹਨੂੰ ਕਹਿੰਦੇ ਨੇ ਜਿੱਥੋਂ ਪ੍ਰਾਰੰਭ ਕਰੀਏ ਉੱਥੇ ਸਮਾਪਤੀ ਕਰੀਏ ਕਿਸੇ ਵੀ ਚੀਜ਼ ਦੀ। ਇਹ ਕਾਵ ਰਚਨਾ ਵਾਲਿਆਂ ਨੂੰ ਜ਼ਿਆਦਾ ਪਤਾ, ਪਿੰਗਲ ਵਾਲਿਆਂ ਨੂੰ ਬਹੁਤਾ ਪਤਾ ਇਹਨਾਂ ਗੱਲਾਂ ਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਆਰੰਭ ਕੀਤੀ। ਪਹਿਲਾਂ ਤਾਂ ਆਪਾਂ ਛੋਟੇ ਤੋਂ ਛੋਟਾ ਲੈਂਦੇ ਹਾਂ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ 'ਚ ਹੁਣ ਆਦਿ ਸੱਚ ਉਪਕਰਮ ਹੈ। ਜਿਹਨੂੰ ਆਦਿ ਸੱਚ ਕਿਹਾ ਉਸੇ ਨੂੰ ਨਾਨਕ ਹੋਸੀ ਵੀ ਸੱਚ ਕਿਹਾ। ਇਹਨੂੰ ਉਪਸੰਹਾਰ ਕਹਿੰਦੇ ਨੇ। ਉਪਕਰਮ ਉਪਸੰਹਾਰ, ਜਿੱਥੋਂ ਸ਼ੁਰੂ ਕਰਨਾ ਉੱਥੇ ਹੀ ਉਹਦੀ ਸਮਾਪਤੀ ਕਰਨੀ। ਇੱਕ ਓਂਕਾਰ ਬਾਣੀ ਵਿੱਚ ਮੰਗਲ ਰੂਪ ਹੈ। ਸੱਸੇ ਤੋਂ ਬਾਣੀ ਆਰੰਭ ਹੋਈ ਹੈ, ਸਤਨਾਮ। ਜੇ ਕੋਈ ਕਹੇ ਵੀ ਉਹ ਤਾਂ ਮੂਲ ਮੰਤਰ ਹੈ, ਫਿਰ ਸੋਚਿਆ ਸੋਚਣਾ ਤੋਂ ਲੈ ਲਓ, ਸੱਸਾ ਉੱਥੇ ਵੀ ਆ ਗਿਆ। ਮਹਾਰਾਜ ਨੇ ਕਿਤੇ ਕਮੀ ਨਹੀਂ ਛੱਡੀ। ਕੋਈ ਕੁਐਸਚਨ ਕਰੋਗੇ ਉਹ ਫਟ ਜਵਾਬ ਮਿਲ ਜਾਣਾ। ਸੱਸੇ ਤੇ ਹੀ ਜਾ ਕੇ ਮੁਕਾਤਾ। 18 ਹੈ 10 20 ਤੇ ਸੱਸਾ ਹੀ ਆ ਗਿਆ। ਫਿਰ ਜੇ ਕਹੀਏ ਤਨ ਮਨ ਥੀਵੈ ਹਰਿਆ ਦੇ ਆੜੇ ਤੇ ਮੁੱਕਦੀ ਹੈ, ਉੱਥੇ ਗੱਲ ਨਹੀਂ ਬਣਦੀ। ਆੜੇ ਤੋਂ ਬਾਣੀ ਸ਼ੁਰੂ ਹੀ ਨਹੀਂ ਹੁੰਦੀ ਕਿਤੋਂ। ਉਪਕਰਮ ਉਪਸੰਹਾਰ ਇੱਥੇ ਜਾ ਕੇ ਮਿਲ ਜਾਂਦਾ। ਇਉਂ ਜਿਹੜਾ ਉਪਕਰਮ ਉਪਸੰਹਾਰ ਜਦ ਤੱਕ ਸ਼ਰਵਣ ਵਾਲੇ ਨੂੰ ਪਤਾ ਨਾ ਹੋਵੇ, ਸੋ ਇਸ ਕਰਕੇ ਉਦੋਂ ਤੱਕ ਸ਼ਰਵਣ ਵਾਲਾ ਜਿਹੜਾ ਨਾ ਉਹ ਸੰਪੂਰਨ ਨਹੀਂ ਹੁੰਦਾ ਉਹਦੇ ਵਿੱਚ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਵੀ ਮੱਧ ਵਿੱਚ ਵੀ ਜਾ ਕੇ ਇਹੀ ਕਿਹਾ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਮੱਧ ਵਿੱਚ ਜਾ ਕੇ ਵੀ ਇਸ ਤਰ੍ਹਾਂ ਹੀ ਕਹਿੰਦੇ ਨੇ। ਇਸ ਕਰਕੇ ਇਹ ਪਹਿਲਾ ਜਿਹੜਾ ਲੱਛਣ ਹੈ ਉਪਕਰਮ ਉਪਸੰਹਾਰ ਦਾ, ਇਹ ਸ਼ਰਵਣ। ਕਿਉਂਕਿ ਸ਼ਰਵਣ 2 ਪ੍ਰਕਾਰ ਦਾ। ਪਹਿਲੇ ਪ੍ਰਕਾਰ ਦਾ ਸ਼ਰਵਣ ਤਾਂ ਆਪਾਂ ਸੁਣ ਹੀ ਲਿਆ ਕਿ ਆਤਮਾ ਨੂੰ ਪਰਮਾਤਮਾ ਰੂਪ ਕਰਕੇ ਜਾਣ ਲੈਂਦੇ ਹਾਂ।
ਦੂਜੇ ਪ੍ਰਕਾਰ ਦਾ ਸਰਵਣ ਹੈ ਜਿਹੜੇ ਗੁਰੂ ਦੇ ਦੱਸੇ ਹੋਏ ਬਚਨਾਂ ਦੇ ਮੁਤਾਬਕ 6 ਚਿੰਨ੍ਹਾਂ ਦੇ ਰਾਹੀਂ ਆਪਾਂ ਪਛਾਣ ਕਰ ਸਕਦੇ ਹਾਂ। ਉਹ 6 ਚਿੰਨ੍ਹ ਆਪਾਂ ਨੂੰ ਯਾਦ ਹੋਣੇ ਚਾਹੀਦੇ। ਚਲੋ 6 ਨਹੀਂ ਤਾਂ ਤੁਹਾਨੂੰ 2 ਯਾਦ ਰਹਿ ਜਾਣਗੇ, 1 ਹੀ ਰਹਿ ਜਾਊਗਾ, ਮਾੜਾ ਮੋਟਾ ਕੋਈ ਪੱਲੇ ਤਾਂ ਪੈ ਜਾਊਗਾ ਨਾ ਆਪਣੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਦੂਸਰੀ ਚੀਜ਼ ਹੁੰਦੀ ਹੈ ਅਭਿਆਸ, ਬਾਰ-ਬਾਰ ਅਭਿਆਸ ਕਰਨਾ। ਸਰਵਣ ਦਾ ਦੂਸਰਾ ਚਿੰਨ੍ਹ ਹੈ ਇਹ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਪੰਗਤੀ ਤਾਂ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਇਹ ਅਭਿਆਸ ਕਰਾਇਆ ਹੋਇਆ। ਬਾਰ-ਬਾਰ ਜਿਹੜੀ ਚੀਜ਼ ਨੂੰ ਕਹਿੰਦੇ ਨੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਇਹ ਬਾਰ-ਬਾਰ ਅਭਿਆਸ ਕਰਾਉਂਦੇ ਨੇ ਸ਼ਰਵਣ ਦੇ ਰਾਹੀਂ। ਜੇ ਆਪਾਂ ਇਹਨੂੰ ਸੁਣਦੇ ਹਾਂ ਤਾਂ ਹੀ ਅਭਿਆਸ ਕਰਦੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਸੁਣਨ ਨਾਲ ਫਿਰ ਗਿਆਨ ਹੋ ਜਾਂਦਾ।